ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਕੱਲ੍ਹ ਦੇ ਐਪੀਸੋਡ ਦੇ ਵਿੱਚ ਜੋ ਅਗਿਆਨ ਹੈ ਕਾਰਨ ਸਰੀਰ ਹੈ ਉਸ ਦਾ ਜ਼ਿਕਰ ਹੋਇਆ ਸੀ। ਜਾਗਰਤ, ਸੁਪਨ, ਸਖੋਪਤੀ ਅਵਸਥਾ ਇਹਨਾਂ ਦੇ ਅਧੀਨ ਹੀ ਆਉਂਦੀਆਂ ਹਨ ਅਤੇ ਜਿਹੜੀ ਤੁਰੀਆ ਅਵਸਥਾ ਹੈ ਚੌਥਾ ਪਦ ਹੈ। ਬਾਣੀ ਦੇ ਵਿੱਚ ਸ਼ਾਸਤਰਾਂ ਵਿੱਚ ਵਾਰ-ਵਾਰ ਜ਼ਿਕਰ ਆਉਂਦਾ ਹੈ ਜੋ ਚੌਥਾ ਪਦ ਹੈ। ਸਖੋਪਤੀ ਅਵਸਥਾ ਤੋਂ ਵੀ ਅੱਗੇ, ਅਗਿਆਨ ਤੋਂ ਅੱਗੇ ਗਿਆਨ ਹੈ। ਸ਼ਾਸਤਰਵਾਦੀਆਂ ਨੇ, ਪਿਆਰੀ ਸਾਧ ਸੰਗਤ, ਗਿਆਨ ਦੀਆਂ 7 ਭੂਮਿਕਾ ਮੰਨੀਆਂ ਹਨ, ਮਤਲਬ ਕਿ 7 ਪੌੜੀਆਂ ਮੰਨੀਆਂ ਹਨ। ਜੋ ਗਿਆਨ ਹੈ, ਜਦੋਂ ਕਿਸੇ ਮਨੁੱਖ ਸਰੀਰ ਨੂੰ ਹੁੰਦਾ ਹੈ ਤਾਂ ਇਹਨਾਂ 7 ਪੌੜੀਆਂ ਦੇ ਉੱਤੇ ਚੜ੍ਹ ਕੇ ਅਸਲ ਜਿਹੜਾ ਪਰਮ ਪਦ ਹੈ ਉਹ ਪ੍ਰਾਪਤ ਹੋ ਜਾਂਦਾ ਹੈ। ਚੌਥੀ ਭੂਮਿਕਾ ਤੋਂ ਹੀ ਗਿਆਨ ਸ਼ੁਰੂ ਹੋ ਜਾਂਦਾ ਹੈ ਅਤੇ ਇਸ ਦੀਆਂ ਅਲੱਗ-ਅਲੱਗ ਫਿਰ ਅਵਸਥਾਵਾਂ ਹਨ। 7ਵੀਂ ਭੂਮਿਕਾ ਤੱਕ ਜਾਂਦੀਆਂ ਹਨ। ਸੋ ਅੱਜ ਆਪ ਜੀ ਨਾਲ ਗਿਆਨ ਦੀਆਂ 7 ਭੂਮਿਕਾ ਬਾਰੇ ਵਿਚਾਰ ਕਰਾਂਗੇ। ਜੋ 7 ਭੂਮਿਕਾ ਹਨ, ਇਹ ਵੱਖ-ਵੱਖ ਰਿਸ਼ੀਆਂ ਮੁਨੀਆਂ ਨੇ ਆਪਣੇ ਅਨੁਭਵ ਦੇ ਦੁਆਰਾ ਰਚੀਆਂ ਹਨ, ਲਿਖੀਆਂ ਹਨ। ਪਿਆਰੀ ਸਾਧ ਸੰਗਤ, ਜੋ ਯੋਗ ਵਿਸ਼ਿਸ਼ਟ ਗ੍ਰੰਥ ਹੈ, ਜੋ ਵਿਸ਼ਿਸ਼ਟ ਮੁਨੀ ਦਾ ਉਚਾਰਨ ਕੀਤਾ ਹੋਇਆ ਗਿਆਨ, ਇਹ ਮੂਲ ਰੂਪ ਦੇ ਵਿੱਚ ਸੰਸਕ੍ਰਿਤ ਵਿੱਚ ਹੈ ਅਤੇ ਇਸ ਦਾ ਵਿਖਿਆਨ ਵੀ ਮਿਲਦਾ ਹੈ। 2 ਵੋਲੀਅਮ ਹਨ ਵੱਡੇ ਵੱਡੇ। ਜੇ ਕਿਸੇ ਨੇ ਵਿਚਾਰਨੇ ਹੋਣ ਤਾਂ ਵਿਚਾਰ ਵੀ ਸਕਦੇ ਹਨ। ਇਹ ਜੋ ਵਿਸ਼ਿਸ਼ਟ ਗ੍ਰੰਥ ਹੈ ਉਸ ਦੇ ਵਿੱਚ ਮੇਨ 7 ਭੂਮਿਕਾ ਲਿਖੀਆਂ ਹਨ, ਜਿਨ੍ਹਾਂ ਦੇ ਨਾਮ ਹਨ ਸ਼ੁਭ ਇੱਛਾ, ਸੁਵਿਚਾਰਣਾ, ਤਨ ਮਾਨਸਾ, ਸਤਵਾਪਤੀ, ਅਸੰਸਕਤੀ, ਪਦਾਰਥ ਭਾਵਨੀ ਅਤੇ ਤੁਰੀਆ। ਪਿਆਰੀ ਸਾਧ ਸੰਗਤ, ਇਹ ਜੋ 7 ਭੂਮਿਕਾ ਹਨ, ਇਹ ਗਿਆਨਵਾਨ ਇਹਨਾਂ ਦੇ ਵਿੱਚ ਹੀ ਵਿਚਰਨ ਕਰਦਾ ਹੈ। ਪਹਿਲੀ ਭੂਮਿਕਾ ਹੈ ਸ਼ੁਭ ਇੱਛਾ। ਜਗਿਆਸੂ ਜਿਹੜਾ ਹੈ ਉਸ ਦੇ ਮਨ ਦੇ ਵਿੱਚ ਚੰਗੇ ਵਿਚਾਰ ਆਉਣੇ, ਚੰਗੇ ਖਿਆਲ ਆਉਣੇ, ਸ਼ੁਭ ਇੱਛਾ ਪੈਦਾ ਹੋਣੀ। ਕੈਸੀ ਇੱਛਾ? ਕਿ ਮੈਂ ਕਿਤੇ ਸਤਸੰਗਤ ਵਿੱਚ ਜਾਵਾਂ, ਕਿਤੇ ਮੈਂ ਕਥਾ ਕੀਰਤਨ ਸਰਵਣ ਕਰਾਂ। ਵਿਚਾਰਵਾਨ ਅਤੇ ਨਾਮ ਜਾਪਕ ਮਹਾਂਪੁਰਸ਼ਾਂ ਦੀ ਸੰਗਤ ਕਰਾਂ। ਸ਼ੁਭ ਯੱਗ ਕਰਾਂ, ਦਾਨ ਕਰਾਂ, ਵਰਤ ਕਰਾਂ, ਤੀਰਥ ਕਰਾਂ। ਇਹਨਾਂ ਚੀਜ਼ਾਂ ਦੀ ਮਨ ਦੇ ਵਿੱਚ ਜੋ ਸੰਲਗਨਤਾ ਹੀ ਪੈਦਾ ਹੁੰਦੀ ਹੈ, ਇੱਛਾ ਪੈਦਾ ਹੁੰਦੀ ਹੈ ਕਿ ਮੈਂ ਇਹ ਕਰਾਂ, ਮੈਂ ਵਿੱਦਿਆ ਦਾ ਅਭਿਆਸ ਕਰਾਂ। ਜਦੋਂ ਐਸੀ ਵਿਚਾਰ ਦੀ ਉਤਪਤੀ ਹੁੰਦੀ ਹੈ ਅਤੇ ਸਮਝ ਲਓ ਵੀ ਪਹਿਲੀ ਪੌੜੀ ਦੇ ਉੱਤੇ ਅਸੀਂ ਚੜ੍ਹ ਗਏ ਹਾਂ। ਸ਼ੁਭ ਇੱਛਾ, ਬੁਰੀਆਂ ਇੱਛਾਵਾਂ ਦਾ ਤਿਆਗ ਅਤੇ ਸ਼ੁਭ ਇੱਛਾ ਮਨ ਦੇ ਵਿੱਚ ਪੈਦਾ ਹੋਣੀ। ਸ਼ਾਸਤਰਵਾਦੀ ਆਖਦੇ ਹਨ ਕਿ ਉਹ ਜਗਿਆਸੂ
इस तरह हो जाता है कि जिस तरह मोर अपनी गर्दन उपर उठा के देखता है, उच्ची धौन करके आले दुआले निगाह फेरता है कि ਬੱਦਲ किस पास्यों आने हैं। सो जग्यासू इसे तरह शुभ इच्छा करता है कि मैनू किते सत्संग की प्राप्ति होवे, मैं नाम जपां, अभ्यास करा, बाणी पढ़ा और किते सत्संग की महिमा मेरे मन दे विच जागे। ऐसा जो अभ्यास है, ऐसा मन दे विच चलदा रहिंदा है ते चल के जो प्रभु की कीर्ति है उसके मन दे विच बसदी है। प्यारी साध संगत, पहला भाव है शुभ इच्छा। दूसरा भाव है, दूसरी पौड़ी है सुविचारणा। सुविचारणा का भाव कि सत्संगत दे विच जाके जो शब्द है उसका अभ्यास करना, उसकी विचार करनी, विचार करके शास्त्रां की विचार करनी, बाणी पढ़नी, बाणी सुननी। पहला सीगा कि शुभ इच्छा होनी, दूसरा उत्थे सत्संग दे विच पहुँच के फिर विचार उत्पन्न होनी, विचार करनी, आपस विच परामर्श करना, आपस विच सत्संग करना, रल के प्रभु का नाम लेना, रल के कीर्तन करना। ये दूसरा भाव है सुविचारणा। जदों इनू नाम की प्राप्ति होंदी है तो उसकी फिर विचार करता है, जदों विद्या की प्राप्ति होंदी है उसकी विचार करता है, सत असत का निर्णय करता है। दूसरी पौड़ी है सुविचारणा। तीसरी पौड़ी है तन मानसा। जो सुनिया, जो पढ़िया, जो विचारिया, उस दे उत्ते चल पैना, उसका प्रैक्टिकल करना। जे पता लगा कि अखां मीट के समाधि लगानी है, पहला तो सुनिया कि समाधि किस तरह लगती है, किस तरह बैठना है, किस तरह ध्यान करना है, तो फिर उसका प्रैक्टिकल अलग तौर पर बैठ के किया। 2-2.5 घंटे का अभ्यास। उस अभ्यास दे विच जो अनुभव होया वो अनुभव नूं ग्रहण करना, सात्विक भाव नूं ग्रहण करना, प्रैक्टिकल करना। पहला तो सिर्फ सुनिया सी और सुन के फिर प्रैक्टिकल रूप दे विच उसका अभ्यास करके उस दे उत्ते चलना। ये तीसरी पौड़ी है तन मानसा। प्यारी साध संगत, चौथी पौड़ी है सतवापति। सतवापति जो ਇਹਦੇ ਵਿੱਚ ਗਿਆਨ ਦੇ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਜਿਸ ਤਰ੍ਹਾਂ ਇੱਕ ਉਦਾਹਰਨ ਹੈ ਕਿ ਬਹੁਤ ਗਰਮੀ ਹੋਵੇ, ਬੰਦਾ ਪਾਣੀ ਦੀ ਖੋਜ ਕਰਦਾ ਕਰਦਾ ਕਿਸੇ ਨਦੀ ਦੇ ਨਜ਼ਦੀਕ ਪਹੁੰਚੇ ਤਾਂ ਉੱਥੋਂ ਜੋ ਨਦੀ ਦੇ ਉੱਤੇ ਜਲ ਦੇ ਵਿੱਚ ਰਹਿਣ ਵਾਲੇ ਜਾਂ ਜਲ ਦੇ ਉੱਤੇ ਵਿਚਰਨ ਵਾਲੇ ਪੰਛੀ ਹਨ, जिस तरह सारस पक्षी हैं जिन्होंने असीं पंजाबी दे विच बंगले भी आखते हाँ, इस तरह के पक्षी जो जल नूं प्यार करते हैं बहुत, और उन्हां दे विचों ही अपना खाना दाना लभदे हैं। उन्हां नूं दूरों देखना ते अनुमान हो जाना कि इत्थे पानी है। थोड़ा जिहा होर नज़दीक जाना ते थोड़ी थोड़ी ठंडी हवा लग पैनी आउण, ठंडक महसूस होनी। उस तो अगे फिर नदी जाके देख लेनी कि ये नदी है। पता लग गया कि पानी है। पानी नूं देख के शांति आ गई मन नूं। तपदा होया जो
ਤਨ ਸੀ। ਅੱਖਾਂ ਨਾਲ ਦੇਖ ਕੇ ਸ਼ਾਂਤੀ ਆ ਗਈ ਕਿ ਨਦੀ ਦੇ ਦਰਸ਼ਨ ਹੋ ਗਏ, ਪਾਣੀ ਦੇ ਦਰਸ਼ਨ ਹੋ ਗਏ। ਇਹ ਤੀਸਰੀ ਭੂਮਿਕਾ ਤੱਕ ਹੈ, ਦਰਸ਼ਨ ਹੋ ਗਏ, ਨਦੀ ਨੂੰ ਦੇਖ ਲਿਆ। ਅਤੇ ਚੌਥੀ ਭੂਮਿਕਾ ਉਹ ਭੂਮਿਕਾ ਹੈ ਸਤਵਾਂ ਪਤੀ ਜਦੋਂ ਪਾਣੀ ਦੇ ਵਿੱਚ ਪ੍ਰਵੇਸ਼ ਕਰ ਲਿਆ। ਪਾਣੀ ਦੇ ਵਿੱਚ ਪ੍ਰਵੇਸ਼ ਕਰਕੇ ਜਲ ਪੀਤਾ, ਜਲ ਦੇ ਨਾਲ ਇਸ਼ਨਾਨ ਕੀਤਾ, ਅੰਦਰੋਂ ਵੀ ਠੰਡ ਪੈ ਗਈ, ਬਾਹਰੋਂ ਵੀ ਠੰਡ ਪੈ ਗਈ। ਇਹ ਚੌਥੀ ਭੂਮਿਕਾ ਹੈ ਸਤਵਾਂ ਪਤੀ। ਪਿਆਰੀ ਸਾਧ ਸੰਗਤ, ਸਤਵਾਂ ਪਤੀ ਭੂਮਿਕਾ ਦੇ ਵਿੱਚ ਗਿਆਨਵਾਨ ਦੀਆਂ ਅੱਖਾਂ ਖੁੱਲ੍ਹੀਆਂ ਰਹਿੰਦੀਆਂ ਹਨ। ਜਿਸ ਤਰ੍ਹਾਂ ਸੰਸਾਰ ਦੀ ਕਿਰਿਆ ਹੁੰਦੀ ਹੈ ਉਸੇ ਤਰ੍ਹਾਂ ਉਹ ਵਿਚਰਨ ਕਰਦਾ ਹੈ, ਖਾਂਦਾ ਹੈ, ਪੀਂਦਾ ਹੈ, ਨਹਾਉਂਦਾ ਹੈ, ਵਿਚਾਰ ਕਰਦਾ ਹੈ। ਜਿਸ ਤਰ੍ਹਾਂ ਸੰਸਾਰੀ ਲੋਕ ਕਰਦੇ ਹਨ ਇਸੇ ਤਰ੍ਹਾਂ ਉਸ ਦੀ ਕਿਰਿਆ ਹੁੰਦੀ ਹੈ, ਪਰ ਅੰਦਰੋਂ ਗਿਆਨ ਹੋ ਚੁੱਕਿਆ ਹੁੰਦਾ ਹੈ। ਆਤਮ ਸਾਖਸ਼ਾਤਕਾਰ ਹੋ ਚੁੱਕਾ ਹੁੰਦਾ ਹੈ, ਪਰ ਜਾਣਦਾ ਉਹੀ ਹੈ ਜਿਹੜਾ ਇਸ ਗਿਆਨ ਨੂੰ ਪ੍ਰਾਪਤ ਕਰ ਲਿਆ ਹੋਵੇ, ਜਿਸ ਨੇ ਇਸ ਗਿਆਨ ਨੂੰ ਪ੍ਰਾਪਤ ਕਰ ਲਿਆ ਹੋਵੇ। ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ। ਊਠਤ ਬੈਠਤ ਸੋਬਤ ਨਾਮ, ਕਹੋ ਨਾਨਕ ਜਨ ਕੇ ਸਦਕਾਮ। ਜਿਸ ਤਰ੍ਹਾਂ ਸਮੁੰਦਰ ਦੇ ਵਿੱਚ, ਪਾਣੀ ਦੇ ਵਿੱਚ ਟੁੱਬੀ ਲਗਾ ਕੇ ਬੰਦਾ ਬੋਲ ਨਹੀਂ ਸਕਦਾ, ਬਾਹਰ ਆ ਕੇ ਹੀ ਦੱਸਦਾ ਹੈ, ਅਤੇ ਅੰਦਰ ਉਸ ਦੀ ਜ਼ੁਬਾਨ ਪਾਣੀ ਦੇ ਵਿੱਚ ਚੱਲ ਨਹੀਂ ਸਕਦੀ, ਕਿਉਂਕਿ ਨੱਕ ਵੀ, ਮੂੰਹ ਵੀ, ਸਾਰਾ ਸਿਰ ਤੱਕ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੁੰਦਾ ਹੈ। ਅਤੇ ਇਹ ਚੌਥੀ ਜੋ ਭੂਮਿਕਾ ਹੈ ਇਹ ਸਤਵਾਂ ਪਤੀ ਹੈ। ਇਸ ਦੇ ਵਿੱਚ ਆਤਮ ਸਾਖਸ਼ਾਤਕਾਰ ਹੋ ਜਾਂਦਾ ਹੈ। ਜੋ ਪ੍ਰਾਪਤ ਕਰਨਾ ਹੈ ਪ੍ਰਾਪਤ ਕਰ ਲਿਆ। ਔਰ ਹੋਰ ਗੰਭੀਰ ਦੇ ਵਿੱਚ ਚਲੇ ਜਾਣਾ ਇਹ ਅਸੰਤ ਸ਼ਕਤੀ ਹੈ। ਅਸੰਤ ਸ਼ਕਤੀ ਤੋਂ ਭਾਵ ਕਿ ਜਿਤਨੇ ਵੀ ਸੰਸਾਰ ਦੇ ਅਟਰੈਕਟ ਕਰਨ ਵਾਲੀਆਂ ਚੀਜ਼ਾਂ ਹਨ ਉਸ ਨੂੰ ਖਿੱਚ ਨਹੀਂ ਸਕਦੀਆਂ ਆਪਣੇ ਵੱਲ। ਔਰ ਗਿਆਨ ਦੀ ਪ੍ਰਾਪਤੀ ਦੇ ਵਿੱਚ ਇਤਨਾ ਮਗਨ ਹੁੰਦਾ ਹੈ ਕਿ ਮਹਾ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਜੋ ਮਹਾਰਸ ਹੈ ਉਸ ਦੀ ਪ੍ਰਾਪਤੀ ਹੁੰਦੀ ਹੈ। ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ। ਆਮ ਦੁਨੀਆ ਰਾਮ ਰਾਮ ਕਰਦੀ ਹੈ ਪਰ ਰਾਮ ਪ੍ਰਾਪਤ ਨਹੀਂ ਹੁੰਦਾ। ਗਿਆਨਵਾਨ ਪੁਰਸ਼ ਨੂੰ ਉਹ ਰਾਮ ਦੀ ਜਦੋਂ ਪ੍ਰਾਪਤੀ ਹੁੰਦੀ ਹੈ। ਇੱਕ ਮਿਸਾਲ ਲਾ ਲਈਏ, ਜਿਸ ਤਰ੍ਹਾਂ ਔਰਤ ਹੈ, ਜਦੋਂ ਤੱਕ ਉਸ ਨੂੰ ਗਰਭ ਨਹੀਂ ਠਹਿਰਿਆ ਉਦੋਂ ਤੱਕ ਉਸ ਦੇ ਵਿੱਚ ਚੱਲਣਤਾ ਹੀ ਰਹਿੰਦੀ ਹੈ। ਜਦੋਂ ਗਰਭ ਹੋ ਗਿਆ, ਉਸ ਦੀ ਗੋਦ ਦੇ ਵਿੱਚ ਬੱਚਾ ਆ ਗਿਆ ਤਾਂ ਉਸ ਨੂੰ ਪਰਮ ਸ਼ਾਂਤੀ ਮਿਲਦੀ ਹੈ, ਪਰ ਦੁੱਖ ਸਹਿ ਕੇ ਮਿਲਦੀ ਹੈ। ਪਰਮ ਸ਼ਾਂਤੀ ਉਸ ਨੂੰ ਕੋਈ ਬੱਚਾ ਮਾਂ ਕਹਿ ਕੇ ਬੁਲਾਵੇ ਤਾਂ ਉਹ ਆਨੰਦ ਨੂੰ ਉਹੀ ਜਾਣਦੀ ਹੈ। ਉਸ ਦੀ ਗੋਦ ਦੇ ਵਿੱਚ ਬੱਚਾ ਹੁੰਦਾ ਹੈ ਉਹੀ ਜਾਣਦੀ ਹੈ। ਇਸੇ ਤਰ੍ਹਾਂ ਗਿਆਨਵਾਨ ਨੂੰ ਗਿਆਨ ਹੋ ਜਾਂਦਾ ਹੈ ਅਤੇ ਉਸ ਦਾ ਆਨੰਦ ਉਹੀ ਜਾਣਦਾ ਹੈ। ਬਾਕੀ ਦੂਸਰਾ ਨਹੀਂ ਜਾਣ ਸਕਦਾ, ਭਾਵੇਂ ਕੋਲ ਬੈਠਾ ਹੋਇਆ ਹੋਵੇ, ਕਿਉਂਕਿ ਅੰਤਰ ਦਾ ਜਿਹੜਾ ਆਨੰਦ ਹੈ ਉਹ ਉਸ ਨੂੰ ਪ੍ਰਾਪਤ ਹੁੰਦਾ ਹੈ। ਜੋ ਛੇਵੀਂ ਭੂਮਿਕਾ ਹੈ ਪਦਾਰਥਾ ਭਾਵਨੀ। ਪਦਾਰਥਾ ਭਾਵਨੀ ਦੇ ਭਾਵ ਕਿ ਅੱਗ ਦਾ ਪਤਾ ਨਹੀਂ ਚੱਲਣਾ ਕਿ ਇਹ ਅੱਗ ਹੈ, ਜਲ ਦਾ ਪਤਾ ਨਹੀਂ ਚੱਲਣਾ ਕਿ ਇਹ ਜਲ ਹੈ। ਪ੍ਰਸ਼ਾਦਾ ਛਕ ਲਿਆ ਜਾਂ ਨਹੀਂ ਛਕ ਲਿਆ ਉਸ ਨੂੰ ਇੱਕ ਬਰਾਬਰ ਹੈ। ਸੁੱਖ ਦੁੱਖ ਸਾਰੇ ਇੱਕ ਬਰਾਬਰ ਹਨ। ਇਸਤਰੀ ਪੁਰਸ਼ ਇੱਕ ਬਰਾਬਰ ਹੈ। ਦੇਵਤੇ ਦੈਂਤ ਇੱਕ ਬਰਾਬਰ ਹਨ। ਜੋ ਸੁੱਖ ਦੁੱਖ ਦੀ ਬਿਰਤੀ ਹੈ ਉਸ ਵਿੱਚੋਂ ਅਲੋਪ ਹੋ ਜਾਂਦੀ ਹੈ। ਕਈ ਵਾਰੀ ਉਹ ਅੱਗ ਦੇ ਵਿੱਚ ਵੀ ਹੱਥ ਪਾ ਦਿੰਦਾ ਹੈ, ਅੱਗ ਸ਼ਾਂਤ ਹੋ ਜਾਂਦੀ ਹੈ। ਜਲ ਦੇ ਵਿੱਚ ਵੀ ਚਲਿਆ ਜਾਂਦਾ ਹੈ, ਰਿੱਧੀਆਂ ਸਿੱਧੀਆਂ ਉਸ ਨੂੰ ਸਾਰੀਆਂ ਪ੍ਰਾਪਤ ਹੁੰਦੀਆਂ ਹਨ। ਜਦੋਂ ਛੇਵੀਂ ਭੂਮਿਕਾ ਪ੍ਰਾਪਤ ਹੁੰਦੀ ਹੈ ਤਾਂ ਸੰਸਾਰ ਦਾ ਗਿਆਨ
ਵਿਲੁਪਤ ਹੋ ਜਾਂਦਾ ਹੈ। ਤਾਂ ਫਿਰ ਆਪਣੀ ਕਿਰਿਆ ਦਾ ਵੀ ਉਸਨੂੰ ਗਿਆਨ ਨਹੀਂ ਰਹਿੰਦਾ, ਇਸ਼ਨਾਨ ਕਰਨਾ ਜਾਂ ਨਹੀਂ ਕਰਨਾ। ਇਤਨਾ ਸਮਾਧੀ ਦੇ ਵਿੱਚ ਵਿਲੀਨ ਹੋ ਜਾਂਦਾ ਹੈ। ਅਤੇ ਪਿਆਰੀ ਸਾਧ ਸੰਗਤ, ਸੱਤਵੀਂ ਭੂਮਿਕਾ ਹੈ ਤੁਰੀਆ। ਅਸਲ ਵਿੱਚ ਇਹ ਤੁਰੀਆ ਦੀਆਂ 3 ਅਵਸਥਾ ਹਨ। ਚੌਥੀ ਭੂਮਿਕਾ, ਪੰਜਵੀਂ ਭੂਮਿਕਾ, 6ਵੀਂ ਭੂਮਿਕਾ ਅਤੇ 7ਵੀਂ ਦੇ ਵਿੱਚ ਐਸਾ ਹੁੰਦਾ ਹੈ ਕਿ ਉਹ ਗਿਆਨਵਾਨ, ਕੋਈ ਗਿਆਨਵਾਨ 7ਵੀਂ ਭੂਮਿਕਾ ਦੇ ਵਿੱਚ ਪਹੁੰਚਦਾ ਹੈ। ਫਲ ਇੱਕੋ ਹੀ ਹੈ, ਪਰ 7ਵੀਂ ਭੂਮਿਕਾ ਜੋ ਗਿਆਨਵਾਨ ਦੀ ਹੈ। ਕਈ ਮਹਾਂਪੁਰਸ਼ ਇਸ ਨੂੰ ਤੁਰੀਆ ਅਤੀਤ ਵੀ ਆਖਦੇ ਹਨ, ਕਈ ਤੁਰੀਆ ਆਖਦੇ ਹਨ, ਕਈ ਤੁਰੀਆ ਅਤੀਤ ਆਖਦੇ ਹਨ। ਇਹ ਗੁੰਗੇ ਕੀ ਮਠਿਆਈ ਹੈ। ਜਿਸ ਤਰ੍ਹਾਂ ਕਿਸੇ ਨੇ ਗੁੰਗੇ ਨੂੰ ਮਠਿਆਈ ਦਿੱਤੀ, ਉਸਨੇ ਖਾਧੀ ਪਰ ਬੋਲ ਕੇ ਨਹੀਂ ਦੱਸ ਸਕਦਾ, ਇਸੇ ਤਰ੍ਹਾਂ ਉਸ ਨੂੰ ਮਹਾ ਆਨੰਦ ਦੀ ਪ੍ਰਾਪਤੀ ਹੋ ਗਈ ਅਤੇ ਅੰਦਰ ਦੀਆਂ ਸਟੇਜਾਂ ਨੂੰ ਉਹੀ ਜਾਣਦਾ ਹੈ। ਪਿਆਰੀ ਸਾਧ ਸੰਗਤ, ਤੇ 7ਵੀਂ ਭੂਮਿਕਾ ਹੈ ਤੁਰੀਆ ਪਦ, ਤੁਰੀਆ ਅਤੀਤ। ਇਸ ਨੂੰ ਪ੍ਰਾਪਤ ਹੋ ਕੇ ਐਸੇ ਮਹਾਂਪੁਰਸ਼ ਦੇ ਦਰਸ਼ਨ ਕਰਨੇ ਵੱਡਿਆਂ ਭਾਗਾਂ ਦੀ ਗੱਲ ਹੈ। ਐਸੇ ਮਹਾਂਪੁਰਸ਼ਾਂ ਦੀ ਚਰਨ ਧੂੜ ਲੈਣੀ ਵੱਡੇ ਭਾਗਾਂ ਦੀ ਗੱਲ ਹੈ। ਸੰਸਾਰ ਖਾਂਦਾ ਹੈ, ਪੀਂਦਾ ਹੈ, ਸੌਂਦਾ ਹੈ, ਚੱਲਦਾ ਹੈ, ਫਿਰਦਾ ਹੈ, ਕੰਮ ਕਰਦਾ ਹੈ, ਜਨਮਦਾ ਹੈ, ਮਰਦਾ ਹੈ, ਮੁੜ ਕੇ ਮਰਦਾ ਹੈ, ਮੁੜ ਕੇ ਫਿਰ ਜਨਮਦਾ ਹੈ। ਇਸੇ ਲੜੀ ਨੂੰ ਤੋੜਨਾ ਬੜਾ ਮੁਸ਼ਕਿਲ ਹੁੰਦਾ ਹੈ। ਪਰ ਜੋ ਗਿਆਨਵਾਨ ਹੈ, ਆਪ ਛੁੱਟਿਆ ਹੋਇਆ ਹੁੰਦਾ ਹੈ ਅਤੇ ਦੂਸਰਿਆਂ ਨੂੰ ਛਡਾ ਲੈਂਦਾ ਹੈ। ਸੋ ਪਿਆਰੀ ਸਾਧ ਸੰਗਤ, ਤੇ ਗਿਆਨ ਦੀਆਂ 7 ਭੂਮਿਕਾ ਹਨ। ਇਸ ਦੇ ਉੱਤੇ ਚੱਲ ਕੇ ਪ੍ਰਭੂ ਦੇ ਮਾਰਗ ਨੂੰ ਪ੍ਰਾਪਤ ਕਰੀਏ ਔਰ ਧੰਨਤਾ ਦੇ ਯੋਗ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।